ਸਤਿਕਾਰਯੋਗ ਮਾਨਯੋਗ ਗੁਰੂ ਰੂਪ ਸਤਿਗੁਰੂ ਜੀ ਦੇ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਿਆਰਿਓ, ਸਰਵਨ ਕਰੋ ਸੱਚ ਤੇ ਝੂਠ ਦਾ ਵਿਵਾਦ ਧਾਰਮਿਕ ਨਾਵਲ। ਅੱਜ ਦਿਨ ਸ਼ੁੱਕਰਵਾਰ 17 ਦਸੰਬਰ 2021, ਤੀਜੀ ਕਿਸ਼ਤ। ਸੱਚ ਨੂੰ ਦਬਾਉਣ ਵਾਸਤੇ ਭਾਵ ਸੱਚ ਨੂੰ ਜਿੱਤਣ ਵਾਸਤੇ ਅੱਜ ਝੂਠ ਅਤੇ ਕੂੜਾ ਦੀ ਪਾਰਟੀ ਨੇ ਕਰਨੀ ਹੈ ਵਿਸ਼ਾਲ ਪਾਰਟੀ। ਇਸ ਦੀ ਰੂਪ ਰੇਖਾ ਕੀ ਹੋਵੇਗੀ? ਇਸ ਪ੍ਰਥਾਏ ਦਾਸ ਦੀ ਕਲਮ ਨੇ ਰੂਪਮਾਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 553 ਤੇ ਆਏ 3 ਸ਼ਲੋਕਾਂ ਦੀ ਵਿਆਖਿਆ। ਸਰਵਨ ਕਰੋ। ਸ਼ਲੋਕ ਮਰਦਾਨਾ ਪਹਿਲਾ। ਸ਼ਲੋਕ ਤੋਂ ਭਾਵ ਹੈ ਸ਼ਲੋਕ। ਮਰਦਾਨਾ ਤੋਂ ਭਾਵ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਥੀ ਭਾਈ ਮਰਦਾਨਾ ਜੀ। ਪਹਿਲਾ ਤੋਂ ਭਾਵ ਹੈ ਪਹਿਲਾ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ। ਦੋਵਾਂ ਨੇ ਆਪਸ ਵਿੱਚ ਬਚਨ ਵਿਲਾਸ ਕਰਦਿਆਂ ਵਿਸ਼ਾ ਅਲੰਕਾਰ ਰੱਖਿਆ ਮਨਮੁਖਾਂ ਤੇ ਗੁਰਮੁਖਾਂ ਦੀ ਸ਼ਰਾਬ ਦਾ। ਸਰਵਨ ਕਰੋ। ਪਹਿਲੇ ਮਨਮੁਖਾਂ ਦੀ ਸ਼ਰਾਬ ਦਾ ਗੁਰਵਾਕ। ਕਲ ਕਲਵਾਲੀ ਕਾਮ ਮਦ ਮਨੁਆ ਪੀਵਨ ਹਾਰ। ਕ੍ਰੋਧ ਕਟੋਰੀ ਮੋਹੇ ਭਰੀ ਪੀ ਲਾਵਾ ਅਹੰਕਾਰ। ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ। ਗੁਰਮੁਖਾਂ ਦੀ ਸ਼ਰਾਬ ਪ੍ਰਤੀ। ਕਰਨੀ ਲਾਹਣ ਸਤ ਗੁਣ ਸੱਚ ਸਰਾ ਕਰ ਸਾਰ। ਗੁਣ ਮੰਡੇ ਕਰ ਸੀਲ ਘਿਓ ਸਰਮ ਮਾਸ ਆਹਾਰ। ਗੁਰਮੁਖ ਪਾਈਐ ਨਾਨਕਾ ਖਾਧੇ ਜਾਹੇ ਵਿਕਾਰ। ਵਿਆਖਿਆ। ਇੱਕ ਸ਼ਲੋਕ ਦੇ 2 ਭਾਗ ਹਨ। ਅੱਧਾ ਭਾਗ ਮਨਮੁਖਾਂ ਦੀ ਸ਼ਰਾਬ ਦਾ ਅਤੇ ਅੱਧਾ ਭਾਗ ਗੁਰਮੁਖਾਂ ਦੀ ਸ਼ਰਾਬ ਦਾ। ਇਸੇ ਤਰ੍ਹਾਂ ਦੂਜੇ ਸ਼ਲੋਕ ਦੇ ਵੀ 2 ਭਾਗ ਹਨ ਅਤੇ ਤੀਜਾ ਸ਼ਲੋਕ ਸਮੁੱਚੀ ਮਨੁੱਖਤਾ ਬਾਰੇ ਹੈ। ਸਰਵਨ ਕਰੋ ਮਨਮੁਖਾਂ ਦੀ ਸ਼ਰਾਬ ਦੀ ਵਿਆਖਿਆ। ਕਲ ਯੁੱਗ ਦਾ ਸਮਾਂ ਭਾਵ ਕਲ ਯੁੱਗ ਦਾ ਜ਼ਮਾਨਾ ਮੱਟੀ ਘੜਾ ਸਮਝੋ। ਇਸ ਵਿੱਚ ਕਾਮ ਵਾਸ਼ਨਾ ਸ਼ਰਾਬ ਸਮਝੋ। ਮਨੁਆ ਮਨ ਵਾਸ਼ਨਾਵਾਂ ਰੂਪੀ ਸ਼ਰਾਬ ਪੀ ਰਿਹਾ ਸਮਝੋ ਅਤੇ ਇਹਨਾਂ ਵਾਸ਼ਨਾਵਾਂ ਕਾਰਨ ਮਨ ਦਾ ਸੁਭਾਅ ਐਸਾ ਹੈ ਕਿ ਗੁੱਸਾ ਕਟੋਰੀ ਗਲਾਸੀ ਸਮਝੋ। ਮੋਹ ਕਟੋਰੀ ਭਰ ਭਰ ਕੇ ਦੇਣ ਵਾਲਾ ਸਮਝੋ। ਹੰਕਾਰ ਭਰੀਆਂ ਕਟੋਰੀਆਂ ਨੂੰ ਵਰਤਾਉਣ ਵਾਲਾ ਸਮਝੋ। ਮਨ ਸਮੇਤ ਸਾਰੇ ਵਕਾਰ ਮਹਿਫਲ ਲਾਈ ਬੈਠੇ ਪੀ ਰਹਿ ਅਤੇ ਪੀ ਪੀ ਕੇ ਖੁਆਰ ਹੋ ਰਹਿ ਸਮਝੋ। ਭਾਵ ਸਾਰੇ ਸੰਸਾਰੀ ਲੋਕ ਇਹਨਾਂ ਵਾਸਨਾਵਾਂ ਦੇ ਕਾਰਨ ਖੁਆਰ ਹੋ ਰਹੇ ਹਨ। ਹੁਣ ਸੁਣੋ ਗੁਰਮੁਖਾਂ ਦੀ ਸ਼ਰਾਬ ਪ੍ਰਤੀ। ਗੁਰਮੁਖਾਂ ਦੀ ਸ਼ੁਭ ਕਰਨੀ ਮੱਟੀ ਘੜਾ ਸਮਝੋ। ਸੱਤ ਨੂੰ ਜਾਣਨਾ ਗੁੜ ਸਮਝੋ। ਸੱਚ ਦਾ ਬੋਲਣਾ ਸ਼ਰਾਬ ਸਮਝੋ। ਸੰਸਾਰ ਪ੍ਰਤੀ
ਕੀਤੇ ਗੁਣ ਮੰਡੇ ਰੋਟੀਆਂ ਸਮਝੋ। ਸੰਸਾਰ ਵਿੱਚ ਸ਼ਰਮ ਅਤੇ ਲੱਜਾ ਵਿੱਚ ਰਹਿਣਾ ਗੁਰਮੁਖਾਂ ਦਾ ਮਾਸ ਦਾ ਖਾਣਾ ਸਮਝੋ। ਗੁਰਮੁਖਾਂ ਦਾ ਭੋਜਨ ਹੈ ਇਹ। ਮਰਦਾਨਾ ਜੀ, ਅਜਿਹਾ ਭੋਜਨ ਖਾਣ ਨਾਲ ਵਕਾਰ ਖਤਮ ਹੋ ਕੇ ਮਨ ਨਿਰਮਲ ਹੋ ਜਾਂਦਾ ਹੈ। ਮਰਦਾਨਾ ਪਹਿਲਾ। ਮਨਮੁਖਾਂ ਦੀ ਸ਼ਰਾਬ ਗੁਰਵਾਕ। ਕਾਇਆ ਲਾਹਣ ਆਪ ਮਦ, ਮਜਲਸ ਤ੍ਰਿਸ਼ਨਾ ਧਾਤ। ਮਨਸਾ ਕਟੋਰੀ ਕੂੜ ਭਰੀ, ਪੀ ਲਾਏ ਜਮ ਕਾਲ। ਇਤ ਮਦ ਪੀਤੇ ਨਾਨਕਾ, ਬਹੁਤੇ ਖੱਟੀਏ ਵਕਾਰ। ਗੁਰਮੁਖਾਂ ਦੀ ਸ਼ਰਾਬ ਗੁਰਵਾਕ। ਗਿਆਨ ਗੁੜ ਸਲਾਹ ਮੰਡੇ, ਭਉ ਮਾਸ ਆਹਾਰ। ਨਾਨਕ ਇਹ ਭੋਜਨ ਸੱਚ ਹੈ, ਸੱਚਾ ਨਾਮ ਆਧਾਰ। ਮਨਮੁਖਾਂ ਦੀ ਸ਼ਰਾਬ ਦੀ ਵਿਆਖਿਆ। ਕਾਇਆ ਸਰੀਰ ਮੱਟੀ ਘੜਾ ਸਮਝੋ। ਹੰਕਾਰ ਇਸ ਮੱਟੀ ਵਿੱਚ ਸ਼ਰਾਬ ਸਮਝੋ। ਮਨਸਾ ਖਾਸ਼ਾਂ ਦੀ ਲੋੜ ਲਈ ਭੱਜ ਦੌੜ ਕਟੋਰੀ ਸਮਝੋ। ਇਹਨਾਂ ਖਾਸ਼ਾਂ ਵਿਸ਼ੇ ਵਿਕਾਰਾਂ ਤੋਂ ਉਪਜੇ ਦੁੱਖ ਕਸ਼ਟ ਵਿਪਤਾਵਾਂ ਚਿੰਤਾਵਾਂ ਦੇ ਰੂਪ ਵਿੱਚ ਜਮਕਾਲ ਇਹ ਸ਼ਰਾਬ ਮਨਮੁਖਾਂ ਨੂੰ ਪਿਲਾ ਰਿਹਾ, ਭਾਵ ਵਰਤਾ ਰਿਹਾ ਸਮਝੋ। ਗੁਰਮੁਖਾਂ ਦੀ ਸ਼ਰਾਬ। ਗੁਰਮੁਖਾਂ ਪ੍ਰਤੀ ਸ਼ਰਾਬ। ਗੁਰਮੁਖਾਂ ਵਾਸਤੇ ਪਰਮਾਤਮਾ ਦਾ ਗਿਆਨ ਗੁੜ ਦੀ ਸ਼ਰਾਬ ਸਮਝੋ। ਗੁਰਮੁਖਾਂ ਦੇ ਮਨ ਵਿੱਚ ਪਰਮਾਤਮਾ ਦਾ ਭੈ ਡਰ ਸ਼ਰਾਬ ਨਾਲ ਖਾਣ ਲਈ ਮਾਸ ਸਮਝੋ। ਮਰਦਾਨਾ ਜੀ, ਗੁਰਮੁਖਾਂ ਦਾ ਇਹ ਸੱਚਾ ਭੋਜਨ ਹੈ। ਇਹ ਸੱਚਾ ਭੋਜਨ ਖਾਣ ਨਾਲ ਗੁਰਮੁਖਾਂ ਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਮਿਲਦਾ ਹੈ ਅਤੇ ਜਨਮ ਮਰਨ ਤੋਂ ਮੁਕਤੀ ਮਿਲਦੀ ਹੈ। ਸ਼ਲੋਕ ਤੀਜਾ ਗੁਰਵਾਕ। ਕਾਇਆ ਲਾਹਣ ਆਪ ਮਦ, ਅੰਮ੍ਰਿਤ ਤਿਸ ਦੀ ਧਾਰ। ਸਤ ਸੰਗਤ ਸਿਉ ਮਿਲਾਪ ਹੋਏ, ਲਿਵ ਕਟੋਰੀ ਅੰਮ੍ਰਿਤ ਭਰੀ। ਪੀ ਪੀ ਕੱਟੇ ਵਕਾਰ। ਸਮੂਹ ਮਨੁੱਖਤਾ ਮਾਨਸ ਜਾਤੀ ਨੂੰ ਇਸ ਤੀਜੇ ਸ਼ਲੋਕ ਵਿੱਚ ਉਪਦੇਸ਼ ਦਿੱਤਾ ਗਿਆ ਹੈ ਕਿ ਮਨੁੱਖੀ ਸਰੀਰ ਕਾਇਆ ਨੂੰ ਮੱਟੀ ਘੜਾ ਸਮਝੋ। ਇਸ ਮੱਟੀ ਵਿੱਚ ਸ਼ਰਾਬ ਬਣਾਉਣ ਲਈ ਹਉਮੈ ਰੂਪੀ ਗੁੜ ਪਾਓ। ਜਿਸ ਤਰ੍ਹਾਂ ਮੱਟੀ ਵਿੱਚ ਗੁੜ ਪਾਉਣ ਨਾਲ ਗੁੜ ਆਪਣਾ ਗੁੜ ਵਾਲਾ ਰੂਪ ਗਵਾ ਕੇ ਰਸ ਰੂਪ ਹੋ ਜਾਂਦਾ ਹੈ, ਇਸੇ ਤਰ੍ਹਾਂ ਕਾਇਆ ਰੂਪੀ ਮੱਟੀ ਵਿੱਚ ਹਉਮੈ ਨੂੰ ਗੁੜ ਸਮਝ ਕੇ ਪਾਓ। ਗੁੜ ਵਾਂਗ ਹਉਮੈ ਆਪਾ ਗਵਾ ਕੇ ਰਸਾਇਣ ਰੂਪੀ ਸ਼ਰਾਬ ਬਣ ਜਾਵੇਗੀ। ਸਤ ਸੰਗਤ ਦੇ ਮਿਲਾਪ ਸਦਕਾ ਹਉਮੈ ਨਾਸਕ ਸ਼ਰਾਬ ਹੁਣ ਸ਼ਰਾਬ ਨਹੀਂ ਰਹੀ, ਅੰਮ੍ਰਿਤ ਬਣ ਗਈ ਹੈ। ਫਿਰ ਇਸ ਅੰਮ੍ਰਿਤ ਰੂਪੀ ਸ਼ਰਾਬ ਦੀਆਂ ਲਿਵ ਰੂਪੀ ਕਟੋਰੀਆਂ ਭਰ ਭਰ ਕੇ ਪੀ ਪੀ ਕੇ ਪਰਮਾਤਮਾ ਦੇ ਨਾਮ ਰੂਪੀ ਰਸ ਵਿੱਚ ਆਨੰਦਤ ਮਗਨ ਹੋ ਜਾਓ। ਅਜਿਹਾ ਹੋਣ ਤੇ ਤੁਸਾਂ ਦੇ ਸਾਰੇ ਵਕਾਰ ਪਾਪ ਕੱਟੇ ਜਾਣਗੇ ਅਤੇ ਤੁਸਾਂ ਦੇ ਮੁਖ ਉਜਲ ਹੋ ਕੇ ਆਪ ਮੁਹਾਰੇ ਮੂੰਹੋਂ ਇਹ ਬੋਲ ਪ੍ਰਗਟ ਹੋਣਗੇ ਕਿ ਸ਼ਰਾਬ ਦਾ ਅਸਲੀਪਨ ਹੀ ਪਰਮਾਤਮਾ ਦਾ ਨਾਮ ਹੀ ਸੀ, ਨਾਮ ਹੀ ਹੈ। ਕੂੜਾ ਅਤੇ ਝੂਠ ਅਤੇ ਕੂੜਾ ਮਲ ਵੱਲੋਂ ਦੰਭ ਅਤੇ ਕਪਟ ਦੋਵੇਂ ਸੱਦੇ ਦੇਣ ਭੇਜੇ ਗਏ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਤਸਰ, ਨਿੰਦਾ, ਬਾਟਮਾਰ, ਤ੍ਰਿਸ਼ਨਾ, ਰਿਸ਼ਵਤ, ਲਾਲਚ, ਆਲਸ, ਜੂਆ, ਦੁਰਾਚਾਰ,
ਮਦਪਾਨ, ਘਪਲਾ, ਘੋਟਾਲੇ, ਵਿਸ਼ੇ, ਵਕਾਰ, ਮਮਤਾ, ਆਸਾ, ਚੋਰ, ਜ਼ਾਰ ਅਤੇ ਵਿਭਚਾਰਨ। ਭਾਵੇਂ ਇਹ ਔਗਣ ਦੀ ਭੰਡਾਰਨ ਹੈ, ਫਿਰ ਵੀ ਇਸ ਨੂੰ ਸੱਦਾ ਦਿੱਤਾ ਗਿਆ। ਸਭਾ ਜਿੱਤ ਕਿਤਾਬ ਵਿੱਚ, ਜਿਸ ਦਾ ਨਾਮ ਸਾਰ ਕਿਤਾਵਲੀ ਵੀ ਹੈ, ਇਸ ਵਿੱਚ ਵਿਭਚਾਰਨ ਬਾਰੇ ਇੰਜ ਲਿਖਿਆ ਹੈ ਕਿ ਪੁੰਨ ਕੋ ਆਰੀ ਹੈ, ਕਿ ਪਾਪਨ ਕੀ ਕਿਆਰੀ ਹੈ, ਕਿ ਕੀਰਤ ਕੁਹਾਰੀ ਹੈ, ਕਿ ਧਨ ਕੋ ਕਟਾਰੀ ਹੈ। शांत को बुहारी है, कि कांत को कुठारी है, कृतांत दूती भारी है, कि कुल को अंगारी है। चिंता महतारी है, कि शालमे मदारी है, कि रोग की पटारी है, कि कले की द्वारी है। गुण कूप घारी है, कि ज्ञान बाट पारी है। ऐसी नारी व्यभिचारी, जाते राखे गिरधारी है। ऐसी नारी व्यभिचारी तांते, ऐसी नारी व्यभिचारी जानते राखे गिरधारी है। भावें ਇਹ ਔਗਣਾਂ ਦੀ ਭੰਡਾਰਨ ਹੈ, ਫਿਰ ਵੀ ਇਸ ਨੂੰ ਸੱਦਾ ਦਿੱਤਾ ਗਿਆ। ਸਭ ਨੂੰ ਸੱਦੇ ਦਿੱਤੇ ਗਏ। ਸਾਰੀ ਪੰਚਾਇਤ, ਨੰਬਰਦਾਰ ਅਤੇ ਹੋਰ ਸਾਰੇ ਪਿੰਡ ਦੇ ਪਤਵੰਤੇ ਸੱਦੇ ਗਏ। ਸਰਪੰਚ ਸਾਹਿਬਾਨ ਨੂੰ ਮੁਖੀ ਮਹਿਮਾਨ ਦਾ ਪਰਵਾਨਾ ਮਿਲਿਆ। ਸਾਰੇ ਸਮੇਂ ਸਿਰ ਪਹੁੰਚ ਗਏ। ਸਰਪੰਚ, ਪਿੰਡ ਦੇ ਪਤਵੰਤੇ, ਧਨੀ, ਅਮੀਰ ਸਾਰੇ ਆਣ ਕੇ ਉੱਥੇ ਰੋਕੇ ਗਏ ਜਿੱਥੋਂ ਰੀਬਨ ਕੱਟ ਕੇ ਤੇਲ ਚੋ ਕੇ ਲਗਾਉਣੇ ਸੀ। ਨੰਬਰਦਾਰ ਨੇ ਰੀਬਨ ਕੱਟਿਆ, ਲਾਗੀ ਨੇ ਤੇਲ ਚੋ ਕੇ ਅੱਗੇ ਲੰਘਾਏ। ਨਾਲੋਂ ਨਾਲ ਫਿਲਮ ਬਣਦੀ ਸੀ ਤੇ ਸਾਰੇ ਦਰਸ਼ਕਾਂ ਨੂੰ ਟੀਵੀ 'ਤੇ ਨਾਲੋਂ ਨਾਲ ਦਿਖਾਈ ਜਾ ਰਹੀ ਸੀ। ਆਰਕੈਸਟਰਾ ਤੇ ਚਿੱਤਰਹਾਰ ਸ਼ੁਰੂ ਹੋਣ ਵਾਲਾ ਹੀ ਸੀ। ਨਚਾਰ, ਡਾਂਸਰ, ਭੰਗੜੇ ਵਾਲੇ, ਗਾਉਣ ਵਾਲੇ, ਨੱਚਣ ਵਾਲੇ ਸਭ ਤਿਆਰ ਸੀ। ਰੁਕਾਵਟ ਸੀ ਤਾਂ ਸਿਰਫ ਇੱਕ ਰੁਕਾਵਟ ਸੀ, ਉਹ ਇਹ ਵੀ ਸਿਰਫ ਉਦਘਾਟਨ ਕਰਨਾ ਬਾਕੀ ਸੀ ਤੇ ਮੁਰਗਾ ਮੀਟ, ਬੱਕਰਾ ਮੀਟ, ਮੱਛੀ ਮੀਟ, ਚਿਕਨ ਚਿਲੀ, ਕਬੂਤਰ ਮੀਟ, ਤਿੱਤਰ, ਬਟੇਰਾ ਆਦਿ ਸਭ ਮੀਟ ਤਿਆਰ ਕਰਕੇ ਟੇਬਲਾਂ ਤੇ ਡੂੰਘਿਆਂ 'ਚ ਭਰ ਕੇ ਥੱਲੇ ਦੀਵੇ ਜਿਹੇ ਜਗਾਏ ਹੋਏ ਸੀ। ਮਟਰ ਪਨੀਰ ਮਿਸ਼ਰਤ ਹੋਰ ਸਬਜ਼ੀਆਂ ਭਾਜੀਆਂ ਦੇ ਟੇਬਲ ਵੱਖਰੇ ਸ਼ਾਕਾਹਾਰੀਆਂ ਵਾਸਤੇ ਲੱਗੇ ਹੋਏ ਸਨ। ਪਰ ਵਾਧਾ ਇਹ ਸੀ ਕਿ ਹਰ ਇੱਕ ਨੈਪਕਿਨ ਟਿਸ਼ੂ ਪੇਪਰ ਦੀ ਤਹਿ ਵਿੱਚ 5-500 ਦੇ ਨੋਟ ਬੈਂਕ 'ਚੋਂ ਨਵੀਆਂ ਥੈਲੀਆਂ ਲਿਆ ਕੇ ਕੱਢ ਕੇ ਰੱਖੇ ਗਏ ਸੀ। ਸਲਾਦ, ਫਲ ਆਦਿ ਦੇ ਸਟਾਲਾਂ ਦੀ ਕੋਈ ਘਾਟ ਨਹੀਂ ਸੀ। ਜਿਹੜਾ ਇੱਕ ਕਾਗਜ਼ ਜਿਹੇ ਨੂੰ ਚੁੱਕਦਾ 500 ਦਾ ਨੋਟ ਜੇਬੀ ਵਿੱਚ ਪਾ ਕੇ ਬਹੁਤ ਹੀ ਖੁਸ਼ ਹੋ ਜਾਂਦਾ ਤੇ ਦਿਲੋਂ ਧੰਨਵਾਦ ਕਰਦਾ ਸੀ, ਤਾਂ ਸਿਰਫ ਇੱਕੋ ਉਡੀਕ ਸੀ, ਉਹ ਵੀ ਉਡੀਕ ਪੂਰੀ ਹੋਣ 'ਤੇ ਇਸ ਤਰ੍ਹਾਂ ਹਰਕਤ ਵਿੱਚ ਸਭ ਨੇ ਆ ਜਾਣਾ ਸੀ ਜਿਵੇਂ ਸਵਿੱਚ ਆਨ ਕਰਨ ਨਾਲ ਕਠਪੁਤਲੀਆਂ ਹਰਕਤ ਵਿੱਚ ਆ ਜਾਂਦੀਆਂ ਹਨ। ਉਹ ਉਡੀਕ ਇਹ ਸੀ ਕਿ ਇੱਕ ਜ਼ੋਰਦਾਰ ਬੰਦੂਕ ਦਾ ਹਵਾਈ ਫਾਇਰ ਹੋਣਾ ਸੀ। ਹੋਣ ਤੋਂ ਬਾਅਦ ਇੱਕ ਬੁੱਤ ਜਿਹਾ ਬਣਿਆ ਹੋਇਆ ਕੁਝ ਸੀ, ਉਸ ਦੇ ਸੁੰਦਰ ਮੁਖੜੇ ਤੋਂ ਘੁੰਡ ਚੁੱਕਣ ਤੋਂ ਪਹਿਲਾਂ ਸਟੇਜ ਦੇ ਲਾਗੇ ਬਣਿਆ ਹੋਇਆ ਸ਼ਮਾ ਰੋਸ਼ਨ ਵਾਲਾ ਸਿਸਟਮ ਜਿਹਾ ਦਿਸਦਾ ਸੀ, ਜੋ ਸਰਪੰਚ ਤੋਂ
ਉਦਘਾਟਨ ਕਰਾਉਣਾ ਸੀ। ਇਤਨੀ ਹੀ ਉਡੀਕ ਸੀ। ਬਸ ਫਿਰ ਕੀ ਸੀ। ਸਰਪੰਚ ਨੇ ਉਦਘਾਟਨ ਕੀਤਾ, ਝੂਠ ਨੇ ਫਾਇਰ ਕੀਤਾ, ਕੂੜ ਨੇ ਘੁੰਡ ਚੁੱਕਿਆ। ਵਿੱਚੋਂ ਨਿਕਲੀ ਬਹੁਤ ਹੀ ਸੁੰਦਰ, ਨੌਜਵਾਨ, ਨਾਜ਼ੁਕ ਜਿਹੀ ਲੜਕੀ। ਤਾੜੀਆਂ ਦਾ ਇਤਨਾ ਜ਼ੋਰ ਸੀ ਕਿ 1-2 ਮਿੰਟ ਕਿਸੇ ਨੂੰ ਕੁਝ ਸੁਣਾਈ ਨਾ ਦਿੱਤਾ। ਇਸੇ ਸਮੇਂ ਦੇ ਵਿੱਚ ਹੀ ਨਾਜ਼ੁਕ ਤੇ ਨਰਮ ਜਿਹੀ ਸੁੰਦਰੀ ਨੇ ਸਭ ਨੂੰ ਹੱਥ ਜੋੜ ਕੇ ਸਿਰ ਝੁਕਾਇਆ ਤੇ ਬੁੱਲ੍ਹ ਜਿਹੇ ਫਰਕੇ। ਬੁੱਲ੍ਹ ਫਰਕਣ 'ਤੇ ਸ਼ੱਕ ਹੈ ਕਿ ਉਸ ਨੇ ਕੁਝ ਕਿਹਾ ਹੋਵੇਗਾ। ਸੁਣਿਆ ਤਾਂ ਹੈ ਨਹੀਂ ਕਿਸੇ ਨੂੰ, ਪਰ ਅਨੁਮਾਨ ਹੈ ਕਿ ਉਸ ਨੇ ਕਿਹਾ ਹੋਵੇਗਾ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ। ਬਸ ਫਿਰ ਕੀ ਸੀ ਕਿ ਸਿਰ ਝੁਕਾਉਂਦਿਆਂ ਸਾਰ ਹੀ ਸਭ ਕੁਝ ਹਰਕਤ ਵਿੱਚ ਆ ਗਿਆ। ਸ਼ਾਕਾਹਾਰੀਆਂ ਨੇ ਨੋਟਾਂ ਨੂੰ ਜੇਬੀਆਂ ਵਿੱਚ ਇੰਜ ਪਾਇਆ ਜਿਵੇਂ ਰੱਖਣ ਵਾਲਿਆਂ ਤੋਂ ਗਲਤੀ ਹੋਈ ਹੋਵੇ, ਭਾਵ ਚੋਰੀ ਜਿਹੀ ਜੇਬੀ ਵਿੱਚ ਪਾਇਆ। ਤੇ ਖਾਣਾ ਵੀ ਖਾਧਾ, ਜੋ ਪੀਣਾ ਸੀ ਪੀਤਾ। ਜਦੋਂ ਜੀ ਕੀਤਾ ਘਰ ਨੂੰ ਆ ਗਏ। ਬਹੁਤ ਕੁਝ ਖੂਬ ਦੇਖ ਕੇ ਮਾਸਾਹਾਰੀਆਂ ਨੇ ਪੂਰਾ ਆਨੰਦ ਮਾਣਿਆ। ਜਿਨ੍ਹਾਂ ਨੂੰ ਜੀਵਤ ਮਾਸ ਵਿਭਚਾਰਨ ਦੀ ਲੋੜ ਸੀ, ਉਹਨਾਂ ਨੂੰ ਇਹ ਵੀ ਸਭ ਕੁਝ ਮੌਜੂਦ ਸੀ। ਉਹਨਾਂ ਵਾਸਤੇ ਸਭ ਕੁਝ ਸੀ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ। ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ। ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ। ਜਿੱਤ ਪੀਤੇ ਖਸਮ ਵਿਸਰੇ, ਦਰਗਹਿ ਮਿਲੇ ਸਜਾਏ ਵਾਲਾ ਸਭ ਕੁਝ ਸੀ। ਇਸ ਝੂਠ ਅਤੇ ਕੂੜਾ ਮਲ ਦੀ ਪਾਰਟੀ 'ਚ ਉਕਤ ਸਭ ਕੁਝ ਸੀ। ਪੂਰੀ ਸ਼ਾਨੋ ਸ਼ੌਕਤ ਨਾਲ ਪਾਰਟੀ ਚੱਲਦੀ ਰਹੀ ਤੇ ਸਮਾਪਤ ਹੋਈ। ਸਮਾਪਤੀ ਸਮੇਂ ਸਾਰਿਆਂ ਦੇ ਹੱਥਾਂ ਵਿੱਚ ਮਠਿਆਈਆਂ ਦੇ ਡੱਬੇ ਸੀ। ਪੂਰੀ ਸ਼ਾਨੋ ਸ਼ੌਕਤ ਨਾਲ ਸਭ ਨੂੰ ਵਿਦਾਇਗੀ ਦਿੱਤੀ ਅਤੇ ਸਵੇਰੇ ਕੱਲ੍ਹ ਨੂੰ ਪੇਸ਼ੀ ਦੀ ਤਰੀਕ 'ਤੇ ਉਸ ਵਿੱਚ ਸਭ ਨੂੰ ਆਉਣ ਦਾ ਸੱਦਾ ਦਿੱਤਾ ਗਿਆ। ਸੋ ਅੱਜ ਤਰੀਕ ਹੈ ਤੇ ਇਸ ਪੇਸ਼ੀ ਦੀ ਤਰੀਕ 'ਤੇ ਪੰਚਾਇਤ ਇਕੱਠੀ ਹੋਣ ਦਾ ਸਮਾਂ ਹੋਇਆ ਹੈ। ਬਹੁਤ ਵਿਸ਼ਾਲ ਹਾਲ ਕਮਰਾ ਸੀ ਜਿਸ ਵਿੱਚ ਪੰਚਾਇਤ ਇਕੱਠੀ ਹੋਈ ਹੈ। ਕੱਲ੍ਹ ਦੀ ਪਾਰਟੀ ਵਾਲੇ ਇਕੱਠੇ ਆਏ ਬੈਠੇ ਸੀ। ਕੱਲ੍ਹ ਵਾਲੀ ਪਾਰਟੀ ਦੀਆਂ ਖੂਬ ਗੱਲਾਂ ਕਰ ਠਾਕੇ ਤੇ ਠਹਾਕਾ ਲੱਗ ਰਿਹਾ ਸੀ। ਇੱਕ ਪਾਸੇ ਸੱਚ ਵੀ ਸਬਰ, ਸੰਤੋਖ ਤੇ ਸੰਜਮ, ਆਪਣੇ ਸਾਥੀਆਂ ਦ੍ਰਿੜਤਾ ਆਦਿ ਨਾਲ ਬੈਠਾ ਸੀ। ਅਜੇ ਪੰਚਾਇਤ ਦੀ ਕਾਰਵਾਈ ਸ਼ੁਰੂ ਨਹੀਂ ਹੋਈ ਸੀ, ਕਿਉਂਕਿ ਕਾਰਵਾਈ ਸ਼ੁਰੂ ਹੋਣ 'ਚ ਇੰਨੀ ਕੁ ਢਿੱਲ ਸੀ ਕਿ ਸਰਪੰਚ ਸਾਹਿਬਾਨ ਆਪਣੀ ਕੁਰਸੀ 'ਤੇ ਨਹੀਂ ਬੈਠਾ ਸੀ, ਜੋ ਉਸੇ ਵਾਸਤੇ ਰਾਖਵੀਂ ਰੱਖੀ ਹੋਈ ਸੀ। ਕਿਸੇ ਨੇ ਵਿੱਚੋਂ ਹੀ ਆਖਿਆ, ਸਰਪੰਚ ਸਾਹਿਬ ਕਿਉਂ ਨਹੀਂ ਆਏ? ਕਿਸੇ ਭੇਤੀ ਨੇ ਦੱਸਿਆ ਕਿ ਝੂਠ ਤੇ ਕੂੜਾ ਮੱਲ, ਨੰਬਰਦਾਰ ਤੇ ਹੋਰ ਪਤਵੰਤੇ ਇੱਕ ਗੁਪਤ ਕਮਰੇ ਵਿੱਚ ਕੋਈ ਜ਼ਰੂਰੀ ਮੀਟਿੰਗ ਕਰ ਰਹੇ ਨੇ। ਸੱਚ ਨੇ ਵੀ ਇਹ ਸੁਣਿਆ ਤੇ ਇਹ ਸੁਣ ਕੇ ਸੱਚ ਨੇ ਸੋਚਿਆ ਕਿ ਇਹ ਗੁਪਤ ਮੀਟਿੰਗ ਕਾਹਦੀ ਕਰਦੇ ਨੇ। ਸਬਰ ਤੇ ਸੰਤੋਖ ਨੇ ਕਿਹਾ, ਕੋਈ ਬਾਤ ਨਹੀਂ, ਕਰ ਲੈਣ ਦਿਓ। ਬਹੁਤ ਚਿਰ ਉਡੀਕਣ ਤੋਂ ਬਾਅਦ ਕਮਰੇ ਵਿੱਚੋਂ ਨਿਕਲ ਕੇ ਆਪਣੀ ਕੁਰਸੀ 'ਤੇ ਬੈਠਦਾ ਹੋਇਆ ਸਰਪੰਚ ਬੋਲਿਆ, ਹਾਂ ਬਈ ਆ ਗਏ। ਸੱਚ ਜੀ ਬੋਲਿਆ, ਹਾਂ ਜੀ ਆ ਗਏ। ਤਾਂ ਸਰਪੰਚ ਨੇ ਕਿਹਾ ਕਿ ਦੱਸ ਕੀ ਗੱਲ ਹੋਈ ਸੀ। ਜੀ ਮੈਨੂੰ ਝੂਠ ਨੇ ਨਜਾਇਜ਼ ਗਾਲਾਂ ਕੱਢੀਆਂ, ਡਾਂਟਿਆ, ਧਮਕੀਆਂ ਦਿੱਤੀਆਂ। ਬਸ ਫਿਰ ਕੀ ਸੀ ਕਿ ਇੱਜ਼ਤਦਾਰ, ਇਮਾਨਦਾਰ, ਯਾਰਾਂ ਦਾ ਯਾਰ, ਇਲਾਕੇ ਦਾ ਪਤਵੰਤਾ, ਸਾਡਾ ਪਰਮ ਮਿੱਤਰ, ਉਸ 'ਤੇ ਏਡਾ ਗੰਭੀਰ ਦੋਸ਼ ਕਿ ਗਾਲਾਂ ਕੱਢੀਆਂ, ਧਮਕੀਆਂ ਦਿੱਤੀਆਂ, ਡਾਂਟਿਆ,
ਤੇਰੇ ਵਰਗੇ ਦੀ ਸੰਗੀ ਫੜ ਕੇ ਮਲ ਦਿਆਂਗੇ। ਜਾਣਦਾ ਨਹੀਂ ਸਾਨੂੰ, ਦੰਦ ਜਿਹੇ ਉਖੇੜ ਕੇ ਹੱਥ ਵਿੱਚ ਫੜਾ ਦਿਆਂਗੇ, ਜਿਹੜੇ ਲਈ ਫਿਰਦਾ ਚਾਰ ਕੁ। ਚੰਗੀ ਚਾਹੁੰਦਾ ਤਾਂ ਚਲੇ ਜਾ ਇੱਥੋਂ, ਨਹੀਂ ਤਾਂ ਬੋਟੀ ਬੋਟੀ ਨਹੀਂ ਆਉਣੀ ਤੇਰੀ, ਹੱਡੀ ਪਸਲੀ ਨਹੀਂ ਲੱਭਣੀ ਤੇਰੀ, ਤੇਰੀ ਭੈਣ ਤੇਰੀ ਮਾਂ। ਚੁੱਪ ਕਰੋ, ਚੁੱਪ ਕਰੋ, ਸਰਪੰਚ ਨੇ ਕਿਹਾ। ਪਰ ਕੋਈ ਚੁੱਪ ਨਾ ਕੀਤਾ। ਜਦੋਂ ਹਰ ਕੋਈ ਸੱਚ ਦੇ ਸਾਥੀਆਂ ਨੂੰ ਪਕੜ ਕੇ ਪੁਰਜਾ ਪੁਰਜਾ ਕਰ ਦੇਣ 'ਤੇ ਤੁਲ ਗਏ ਤਾਂ ਸਰਪੰਚ ਨੇ ਬਹੁਤ ਸਿਆਣਪ ਨਾਲ ਮਾਹੌਲ ਸਾਂਭਦਿਆਂ ਹੋਇਆਂ ਕੱਲ੍ਹ ਤੋਂ ਬਾਅਦ ਪਰਸੋਂ ਦੀ ਤਰੀਕ ਪਾ ਕੇ ਮਸਾਂ ਹੀ ਸੱਚ ਦੀ ਜਾਨ ਬਚਾਉਣ ਦੀ ਭੱਲ ਖੱਟਦੇ ਹੋਏ ਸੱਚ ਨੂੰ ਸਾਥੀਆਂ ਸਮੇਤ ਗੁਪਤ ਰਸਤੇ ਥਾਣੀ ਬਾਹਰ ਕੱਢ ਕੇ ਸੁੱਖ ਦਾ ਸਾਹ ਲਿਆ। ਕਤਲ ਹੋਣੋਂ ਮਸਾਂ ਬਚਿਆ। ਸਾਰਿਆਂ ਨੂੰ ਵਿਦਿਆ ਕਰਕੇ ਆਪਣੇ ਆਪਣੇ ਘਰਾਂ ਨੂੰ ਸਹੀ ਸਲਾਮਤ ਪਹੁੰਚਾਇਆ ਅਤੇ ਆਪਣੇ ਆਪਣੇ ਘਰ ਸਾਰੇ ਸਰਪੰਚ ਸਾਹਿਬ ਸਮੇਤ ਸਭ ਪਹੁੰਚ ਗਏ। ਝੂਠ ਦੀ ਪਾਰਟੀ ਅਵਾ ਤਵਾ ਬੋਲਦੀ ਹੋਈ, ਮੈਂ ਦੰਦ ਉਖਾੜ ਦੇਣੇ ਸੀ, ਮੈਂ ਚਬਾੜਾ ਤੋੜ ਦੇਣਾ ਸੀ, ਮੈਂ ਗਿੱਚਿਓਂ ਫੜਨ ਹੀ ਲੱਗਾ ਸੀ, ਆਦ ਕਹਿੰਦੇ ਝੂਠ ਦੇ ਘਰ ਚਲੇ ਗਏ। ਅੱਗਿਓਂ ਖਾਣ ਪੀਣ ਨੂੰ ਮਿਲ ਗਿਆ। ਝੂਠ ਤੇ ਕੂੜਾ ਆਪਣੇ ਮੁਖੀਆਂ ਨਾਲ ਬੈਠ ਕੇ ਸੋਚਣ ਲੱਗੇ ਕਿ ਕਿਸ ਤਰ੍ਹਾਂ ਸਦਾ ਲਈ ਸੱਚ ਦਾ ਟੰਟਾ ਵੱਢਿਆ ਜਾਵੇ, ਸਦਾ ਲਈ ਹੀ ਖਹਿੜਾ ਛੁੱਟ ਜਾਵੇ। ਸੋਚਦਿਆਂ ਅਖੀਰੀ ਹੱਲ ਲੱਭ ਹੀ ਲਿਆ ਕੂੜੇ ਨੇ। ਉਹ ਕਿਹੜਾ? ਸਾਰਿਆਂ ਨੇ ਇੱਕ ਜ਼ਬਾਨ ਹੋ ਕੇ ਪੁੱਛਿਆ। ਦੱਸਾਂਗਾ ਅਗਲੀ ਕਿਸ਼ਤ ਵਿੱਚ ਕੱਲ੍ਹ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।